ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇੱਕ ਦੂਜੇ ਉੱਤੇ ਲਗਾਏ ਜਾ ਰਹੇ ਗੋਲਕ ਚੋਰੀ ਦੇ ਦੋਸ਼ਾਂ ਬਾਰੇ। ਇਸ ਲਈ ਸਾਡੇ ਨਾਲ ਗੱਲ ਕਰਨਗੇ ਬੀਬੀ ਤਰਵਿੰਦਰ ਕੌਰ ਖਾਲਸਾ, ਜੋ ਜਾਗੋ ਪਾਰਟੀ ਦੇ ਸਾਬਕਾ ਆਗੂ ਹਨ। ਬੀਬੀ ਖਾਲਸਾ ਜੀ, ਤੁਹਾਡਾ ਧੰਨਵਾਦ ਹੈ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਜੀ, ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਕਿ ਮੈਨੂੰ ਅੱਜ ਦਰਸ਼ਕਾਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਆਪ ਜੀ ਨੇ ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਤੇ ਇਸ ਦੇ ਨਾਲ ਹੀ ਮੈਂ ਪਹਿਲਾ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪਿਛਲੇ 6-7 ਸਾਲਾਂ ਤੋਂ ਗੋਲਕ ਚੋਰੀ ਦੇ ਦੋਸ਼ ਇੱਕ ਦੂਜੇ ਤੇ ਲਾਏ ਜਾ ਰਹੇ ਨੇ। ਭਾਵੇਂ ਪਰਮਜੀਤ ਸਿੰਘ ਸਰਨਾ ਹੋਵੇ, ਮਨਜਿੰਦਰ ਸਿੰਘ ਸਿਰਸਾ ਹੋਵੇ ਜਾਂ ਮਨਜੀਤ ਸਿੰਘ ਜੀਕੇ ਹੋਣ, ਇੱਕ ਦੂਜੇ ਦੇ ਉੱਤੇ ਇਹਨਾਂ ਵੱਲੋਂ ਗੋਲਕ ਚੋਰੀ ਦੇ ਦੋਸ਼ ਲਗਾਏ ਜਾ ਰਹੇ ਨੇ। ਇਹਨਾਂ ਵਿੱਚ ਕਿੰਨੀ ਕੁ ਸੱਚਾਈ ਹੈ? ਦੇਖੋ ਜੀ, ਜਦੋਂ ਇਹ ਚੋਰੀਆਂ ਕੀਤੀਆਂ ਗਈਆਂ ਉਸ ਵਕਤ ਮੌਜੂਦਾ ਮੈਂ ਉਸ ਸਮੇਂ ਉਹਨਾਂ ਦੇ ਨਾਲ ਸਹਿਯੋਗ ਦੇ ਵਿੱਚ ਨਹੀਂ ਸੀ, ਕਿਉਂਕਿ ਮੈਂ ਇਸਤਰੀ ਵਿੰਗ ਦੇ ਵਿੱਚ ਇੱਕ ਤਰਫ ਸੀ ਔਰ ਕਮੇਟੀ ਜਿਹੜੀ ਸੀ ਉਹ ਦੂਸਰੇ ਤਰਫ ਸੀ। ਇਹ ਜਿਹੜਾ ਅੰਦਰੂਨੀ ਖਾਤਾ ਹੁੰਦਾ ਉਹ ਕਿਤੇ ਨਾ ਕਿਤੇ ਪ੍ਰਧਾਨ ਔਰ ਜਨਰਲ ਸਕੱਤਰ ਦੇ ਸਿਗਨੇਚਰਾਂ ਦੇ ਉੱਤੇ ਹੀ ਸਾਰਾ ਦਰੋਮਦਾਰ ਹੁੰਦਾ ਜੀ। ਸੋ ਉਸ ਦੇ ਵਿੱਚ ਉਹ ਸੱਚਾਈ ਜਿਹੜੀ ਹੈ ਉਹ ਪ੍ਰਧਾਨ ਔਰ ਜਨਰਲ ਸਕੱਤਰ ਦੇ ਇਰਦ ਗਿਰਦ ਹੀ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਘੁੰਮਦੀਆਂ ਨੇ ਤੇ ਉੱਥੋਂ ਤੱਕ ਹੀ ਉਹਨਾਂ ਦੇ ਕੋਲ ਹੀ ਇਸ ਗੱਲ ਦੀ ਜਾਣਕਾਰੀ ਆਪਾਂ ਪ੍ਰਾਪਤ ਕਰ ਸਕਦੇ ਹਾਂ। ਲੇਕਿਨ ਅੱਜ ਦਾ ਜੋ ਮੌਜੂਦਾ ਹਾਲਾਤ ਨੇ, ਪਹਿਲੇ ਜਦੋਂ ਮਨਜੀਤ ਸਿੰਘ ਜੀਕੇ ਉੱਤੇ ਚੋਰੀ ਦੇ ਇਲਜ਼ਾਮ ਲੱਗੇ ਤਾਂ ਉਹਨਾਂ ਨੇ ਇਸ ਤੋਂ ਆਪਣੀ ਅਸਤੀਫਾ ਦੇ ਦਿੱਤਾ। ਹੁਣ ਉਹੀ ਰਿਪੀਟ ਜਿਹੜਾ ਹੋ ਰਿਹਾ ਉਹ ਸਰਦਾਰ ਮਨਜਿੰਦਰ ਸਿੰਘ ਸਿਰਸਾ, ਜੋ ਕਿ ਅੱਜ ਦੀ ਲੀਗ ਕਮੇਟੀ ਦੇ ਮੌਜੂਦਾ ਪ੍ਰਧਾਨ ਨੇ, ਅੱਜ ਉਹਨਾਂ ਉੱਤੇ ਇਸ ਗੱਲ ਦਾ ਐਲੀਗੇਸ਼ਨ ਲਗਾਇਆ ਜਾ ਰਿਹਾ ਕਿ ਉਹਨਾਂ ਨੇ ਚੋਰ ਦਾ ਕੋਈ 50 ਲੱਖ, ਕੋਈ 30 ਲੱਖ, ਕੋਈ 2 ਲੱਖ, ਕੋਈ ਕਿੰਨੇ ਲੱਖ ਦਾ ਜੋ ਐਲੀਗੇਸ਼ਨ ਹੈ ਲਗਾਇਆ ਜਾ ਰਿਹਾ ਹੈ। ਸੋ ਵੀਰ ਜੀ, ਮੈਂ ਕਿਤੇ ਨਾ ਕਿਤੇ ਇਹ ਗੱਲ ਕਹਾਂਗੀ ਕਿ ਜਿਹੜੀ ਸੰਗਤ ਹੈ ਉਸ ਦਾ ਸਿਰਫ ਔਰ ਸਿਰਫ ਮੁਤਲਕ ਜਿਹੜਾ ਹੈ ਉਹ ਆਪਣੇ ਗੁਰੂ ਦੇ ਨਾਲ ਅਤੇ ਆਪਣਾ ਦਸਵੰਧ ਜਿਹੜਾ ਆਪਣੀ ਜੋ ਵੀ ਗੁਰੂ ਦੀ ਗੋਲਕ ਦੇ ਵਿੱਚ ਪਾ ਕੇ ਤੇ ਸੇਵਾ ਕਰਕੇ ਨਿਕਲ ਆਣਾ। ਇਹ ਕਮੇਟੀਆਂ ਆਪਾਂ ਇਸ ਕਰਕੇ ਬਣਾਉਂਦੇ ਆ ਕਿਉਂਕਿ ਇਹ ਜੋ ਸਾਰੀ ਮੈਨੇਜਮੈਂਟ ਇਸ ਚਲਾ ਸਕਣ। ਲੇਕਿਨ ਕਿਤੇ ਨਾ ਕਿਤੇ ਅੱਜ ਦੇ ਦੌਰ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਜਿੰਨੇ ਵੀ ਮੈਂਬਰ ਸਾਹਿਬਾਨ ਨੇ, ਚਾਹੇ ਉਹ ਜਿੰਨੇ ਵੀ ਪ੍ਰਧਾਨ, ਉਹ ਸਾਰੇ ਦੇ ਸਾਰੇ, ਚਾਹੇ ਉਹ ਮੌਜੂਦਾ ਨੇ ਚਾਹੇ ਉਹ ਸਾਬਕਾ ਨੇ, ਇਹ ਸਾਰਿਆਂ ਦਾ ਇੱਕੋ ਹੀ ਏਜੰਡਾ ਹੈ, ਗੋਲਕ ਤੱਕ ਆਪਣੇ ਬਿਜ਼ਨਸ ਨੂੰ ਚਲਾਉਣਾ। ਸਿਰਫ ਇਹਨਾਂ ਦਾ ਕੰਮ ਇਹੀ ਗੱਲ ਮੈਂ ਕਹਾਂਗੀ। ਮੈਂ ਸੰਗਤ ਵੱਲੋਂ ਆਪਣੀ ਆਵਾਜ਼ ਨੂੰ ਜਿਹੜੀ ਹੈ ਉਹ ਬੁਲੰਦ ਕਰ ਰਹੀ ਹਾਂ। ਤੁਹਾਨੂੰ ਇੱਥੇ ਰੋਕ ਕੇ ਪੁੱਛਣਾ ਚਾਹਣਾ, 50 ਲੱਖ 30 ਲੱਖ ਇਹ ਘਪਲੇ ਕਿਹਨਾਂ ਦੇ ਉੱਤੇ ਦੋਸ਼ ਲੱਗਿਆ? ਕਦੇ ਤੇ ਦੇਖੋ ਜੀ, ਦੋਸ਼ ਪਹਿਲੇ ਉਸ ਮੌਜੂਦਾ ਟਾਈਮ ਦੇ ਉੱਤੇ ਜਿਹੜਾ ਹੈ ਉਹ ਇਹਨਾਂ ਦਾ ਮੌਜੂਦਾ ਜਿਹੜੀ ਕਮੇਟੀ ਹੈ ਉਹ ਹੁਣ ਉਹਨਾਂ ਦੇ ਉੱਤੇ ਪਹਿਲੇ ਮਨਜੀਤ ਸਿੰਘ ਜੀਕੇ ਹੋਰਾਂ ਉੱਤੇ ਚੋਰੀ ਦੇ ਇਲਜ਼ਾਮ ਲੱਗੇ, ਉਹਨਾਂ ਦੇ ਉੱਤੇ ਇੱਕ ਸਟੈਂਪ ਲੱਗ ਗਈ ਕਿ ਗੋਲਕ ਚੋਰ। ਉਸ ਵਕਤ ਵੀ ਰੇਸ਼ੋ ਕੀ ਇਹਨਾਂ ਦੀ ਨਿਕਲ ਕੇ ਆਂਦੀ ਏ ਉਹ ਤੇ ਇੱਕ ਅਸੀਂ ਨੋਰਮਲ ਸੰਗਤ ਆ, ਅਸੀਂ ਇਸ ਗੱਲ ਦਾ ਜ਼ਿਕਰ ਨਹੀਂ ਦੱਸ ਸਕਦੇ ਕਿਉਂਕਿ ਇਹ ਤੇ ਇਹਨਾਂ ਦੀ ਅੰਦਰੂਨੀ ਕਾਗਜ਼ੀ ਕਾਰਵਾਈ ਤੋਂ ਪਤਾ ਲੱਗ ਸਕਦਾ। ਸਾਨੂੰ ਤੇ ਅਸੀਂ ਤੇ ਕਾਗਜ਼ ਮੰਗ ਰਹੇ ਹਾਂ। ਇਹ ਜਿਹੜੇ ਪਿਛਲੇ ਸਮੇਂ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੇਵਾਵਾਂ ਕੀਤੀਆਂ ਜਿਹੜੇ ਕੋਵਿਡ-19 ਦੇ ਦੌਰ ਦੇ ਵਿੱਚ, ਤੇ ਦਿੱਲੀ ਕਮੇਟੀ ਦਾ ਨਾਮ ਪੂਰੀ ਦੁਨੀਆ ਤੇ ਹੋਇਆ, ਲੇਕਿਨ ਜਦੋਂ ਗੋਲਕ ਚੋਰੀ ਦੇ ਦੋਸ਼ ਲੱਗਦੇ ਆ ਤੇ ਸਿੱਖਾਂ ਦਾ ਅਕਸ ਪੂਰੀ ਦੁਨੀਆ 'ਚ ਖਰਾਬ ਨਹੀਂ ਹੁੰਦਾ? ਬਿਲਕੁਲ ਬਿਲਕੁਲ, ਬਹੁਤ ਖਰਾਬ ਹੁੰਦਾ ਜੀ। ਮੈਂ ਆਪ ਜੀ ਦੀ ਇਸ ਗੱਲ ਦੇ ਨਾਲ ਪੂਰਨ ਤੌਰ ਤੇ ਸਹਿਮਤ ਹਾਂ ਕਿ ਸਰਦਾਰ ਮਨਜਿੰਦਰ ਸਿੰਘ ਸਿਰਸਾ, ਜੋ ਕਿ ਜਿਨ੍ਹਾਂ ਨੇ
ਪੂਰੇ ਕੋਵਿਡ-19 ਦੇ ਵਿੱਚ ਅਸੀਂ ਆਪਣੇ ਘਰ ਦੇ ਵਿੱਚ ਬੈਠੇ ਹੋਏ ਸਾਂ, ਲੇਕਿਨ ਉਹਨਾਂ ਨੇ ਇਸ ਪੂਰੀ ਦੁਨੀਆ ਦੇ ਵਿੱਚ ਆਪਣੀ ਅਸੀਂ ਇਹ ਕਹਾਂਗੇ, ਮੈਂ ਤਾਂ ਇਸ ਗੱਲ ਦੇ ਉੱਤੇ ਸਲਾਹ ਨਾ ਕਰਾਂਗੀ ਕਿ ਪੂਰੀ ਦੁਨੀਆ ਦੇ ਵਿੱਚ ਦਸਤਾਰ ਨੂੰ ਉਹਨਾਂ ਨੇ ਬਹੁਤ ਹੀ ਉੱਚੀ ਬੁਲੰਦੀਆਂ ਨੂੰ ਛੂਹਣ ਤੱਕ ਅੱਜ ਸਿੱਖ ਦਾ ਪੂਰੀ ਦੁਨੀਆ ਦੇ ਵਿੱਚ ਨਾਂ ਜਿਹੜਾ ਸੀ ਉਹਨਾਂ ਨੇ ਰੋਸ਼ਨ ਕੀਤਾ। ਲੇਕਿਨ ਹੁਣ ਇਸ ਟਾਈਮ ਦੇ ਉੱਤੇ ਇਲੈਕਸ਼ਨ ਸਿਰ ਤੇ ਆਏ ਹੈ ਔਰ ਜੀ ਉਹ ਦਸਤਾਰ ਕਿਤੇ ਨਾ ਕਿਤੇ ਆਪਾਂ ਇਹ ਕਵਾਂਗੇ ਕਿ ਪੈਰਾਂ 'ਚ ਰੋਹ ਵਾਲੀ ਗੱਲ ਕਰ ਦਿੱਤੀ ਕਿ ਹੁਣ ਤੂੰ ਚੋਰ ਤੇ ਮੈਂ ਚੋਰ। ਮੈਂ ਇੱਥੇ ਅੱਜ ਜਿਹਨੂੰ ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ, ਮਾਡਲ ਟਾਊਨ ਦੀ ਸਾਈਡ ਦੇ ਉੱਤੇ ਜਾ ਰਹੀ ਸੀ ਤੇ ਬੜੇ ਵੱਡੇ ਹੋਲਡਿੰਗ ਦੇ ਉੱਤੇ ਲਿਖਿਆ ਹੋਇਆ ਸਰਦਾਰ ਮਨਜਿੰਦਰ ਸਿੰਘ ਸਿਰਸਾ 420 ਕਰਕੇ ਇਸ ਤਰੀਕੇ ਦਾ ਬੜਾ ਵੱਡਾ ਹੋਲਡਿੰਗ ਲਗਾਇਆ। ਤੇ ਵੀਰ ਜੀ ਮੈਂ ਇੱਥੇ ਆਪ ਜੀ ਦੇ ਚੈਨਲ ਦੇ ਰਾਹੀਂ ਇੱਕ ਸੰਗਤ ਦੇ ਸਾਹਮਣੇ ਆਪਣੀ ਗੱਲ ਰੱਖਣਾ ਚਾਹੀਏ। ਉਸ ਵਕਤ ਮੇਰਾ ਹਿਰਦਾ ਜਿਹੜਾ ਵਲੂੰਦਰਿਆ ਗਿਆ, ਕਿਉਂਕਿ ਸਾਰੀ ਦੁਨੀਆ ਦੇ ਵਿੱਚ ਮਨਜਿੰਦਰ ਸਿੰਘ ਸਿਰਸੇ ਦੀ ਪਹਿਚਾਣ ਆਪਾਂ ਨਹੀਂ ਕਹਿ ਸਕਦੇ, ਲੇਕਿਨ ਉਸ ਉਂਗਲੀ ਕਰਕੇ ਕਹਿਣ ਦੀ ਗੱਲ ਹੈ ਕਿ ਉਹ ਸਿੱਖ ਹੈ। ਇੱਕ ਸਿੱਖ ਦੀ ਪਹਿਚਾਣ ਬਣੀ। ਹਾਂ, ਗੱਲ ਤਾਂ ਉਹਦੀ ਦਸਤਾਰ ਦੇ ਉੱਤੇ ਉਂਗਲੀ ਦੀ ਆ ਗਈ ਵੀ ਇਹ ਸਿੱਖ ਨੂੰ ਸਿੱਖ ਹੀ ਚੋਰ ਕਹਿ ਰਿਹਾ। ਹੁਣ ਆਪਾਂ ਜਿਹੜੀਆਂ 2 FIR ਇੱਕ ਮਨਜੀਤ ਸਿੰਘ ਜੀਕੇ ਦੇ ਉੱਤੇ ਹੋਈ ਹੈ ਤੇ ਹੁਣ ਮਨਜਿੰਦਰ ਸਿੰਘ ਸਿਰਸਾ ਦੇ ਉੱਤੇ ਜਿਹੜੀ ਇਹਨਾਂ ਦੋਵਾਂ ਦੇ ਉੱਤੇ ਜਿਹੜੀ FIR ਦੀ ਆ, ਇਹਦੀ ਆਪਾਂ ਤੁਲਨਾ ਕਰਕੇ ਵੇਖੀਏ। ਜਿਹੜਾ ਮਨਜੀਤ ਸਿੰਘ ਜੀਕੇ ਦੇ ਉੱਤੇ FIR ਕਰਨ ਦੇ ਆਦੇਸ਼ ਹੋਏ ਨੇ ਉਹ 50 ਲੱਖ ਰੁਪਏ 30 ਲੱਖ ਰੁਪਏ ਤੇ ਵਿਦੇਸ਼ੀ ਕਰੰਸੀ ਦਾ ਗਬਨ ਕਰਨ ਦੇ, ਤੇ ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਉਹਦੇ 'ਚ ਦੋਸ਼ ਲੱਗਿਆ ਕਿ ਗਵਰਨਿੰਗ ਬਾਡੀ ਆਫ DSGMC ਐਂਡ ਅਦਰਸ ਉਹਨਾਂ ਦੇ ਉੱਤੇ ਟੈਂਟ ਦੇ ਫਰਜ਼ੀ ਬਿੱਲ ਪਾ ਕੇ ਫਰਜ਼ੀ ਕੰਪਨੀਆਂ ਦੇ ਦੋਸ਼ ਲੱਗੇ ਆ। ਤੁਸੀਂ ਦੋਵਾਂ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਮੈਂ ਸਭ ਤੋਂ ਪਹਿਲੇ ਸਰਦਾਰ ਜਿਹੜੇ ਸਾਬਕਾ ਪ੍ਰਧਾਨ ਨੇ ਉਹਨਾਂ ਦੇ ਬਾਰੇ ਜ਼ਿਕਰ ਕਰਨਾ ਚਾਹੁੰਦੀ ਹਾਂ ਕਿ ਜਦੋਂ ਵੀ ਉਹਨਾਂ ਦੇ ਕੋਲੋਂ ਇਸ ਗੱਲ ਦਾ ਸਵਾਲ ਕੀਤਾ ਗਿਆ ਤੇ ਉਹਨਾਂ ਦਾ ਇੱਕ ਜਵਾਬ ਜਿਹੜਾ ਸੀ ਸਾਨੂੰ ਇਹ ਮਿਲਿਆ ਕਿ ਇਹ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਤੇ ਕੋਰਟ ਹੀ ਇਸ ਗੱਲ ਦਾ ਜਵਾਬ ਦੇਗੀ। ਜਦੋਂ ਮੈਂ ਪਰਸਨਲੀ ਤੌਰ ਤੇ ਵੀ ਆਪ ਸਾਰਿਆਂ ਨੂੰ ਜਨਤਕ ਕਰ ਰਹੀ ਹਾਂ ਇਸ ਗੱਲ ਦਾ ਕਿ ਜਦੋਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਮੇਰਾ ਇਸ ਗੱਲ ਦੇ ਬਾਰੇ ਜ਼ਿਕਰ ਹੋਇਆ ਤੇ ਉਹਨਾਂ ਨੂੰ ਮੈਂ ਇਹ ਗੱਲ ਕਹੀ ਹੈ ਕਿ ਭਾਜੀ ਵੀ ਦੇਖੋ, ਤੂੰ ਚੋਰ ਤੇ ਮੈਂ ਚੋਰ ਦੀ ਲੁਕਣ ਮਿੱਚੀ ਵਿੱਚ ਕਿਤੇ ਨਾ ਕਿਤੇ ਸਾਡੀਆਂ ਦਸਤਾਰਾਂ ਤੇ ਜਿਹੜੇ ਗੰਦੇ ਛਿੱਟੇ ਪੈ ਰਹੇ ਉਹਨੂੰ ਸਾਡੇ ਤੋਂ ਬਰਦਾਸ਼ਤ ਨਹੀਂ ਹੋ ਰਹੇ। ਤੇ ਕੀ ਤੁਸੀਂ ਵੀ ਉਸੇ ਲਾਈਨ 'ਚ ਖੜੇ ਹੋਏ ਹੋ ਜਿਸ ਦੇ ਵਿੱਚ ਪਹਿਲੇ ਪ੍ਰਧਾਨ ਖੜੇ ਨੇ, ਦੂਸਰਾ ਪ੍ਰਧਾਨ ਵੀ ਉਸੇ ਤੇ ਆ ਗਿਆ, ਤੀਸਰਾ ਪ੍ਰਧਾਨ ਵੀ ਉਸੇ ਤੇ ਆ ਗਿਆ? ਕੀ ਇਹ ਸਾਰੀਆਂ ਗੱਲਾਂ ਆਪਾਂ ਕਿਸ ਤੇ ਭਰੋਸਾ ਕਰੀਏ? ਤੇ ਉਹਨਾਂ ਦਾ ਇੱਕ ਜਵਾਬ ਸੀ, ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਭੈਣ ਜੀ ਜਦੋਂ ਵੀ ਤੁਸੀਂ ਚਾਹੋ ਤੇ ਤੁਸੀਂ ਮੇਰੇ ਕੋਲ ਆ ਕੇ ਇਸ ਗੱਲ ਦਾ ਜਿਹੜਾ ਹੈ ਉਹ ਜਵਾਬ ਮੰਗ ਸਕਦੇ ਹੋ ਔਰ ਮੇਰੇ ਕੋਲੋਂ ਜਿਹੜਾ ਵੀ ਤੁਸੀਂ ਮੇਰੇ ਉੱਤੇ ਕੋਈ ਐਲੀਗੇਸ਼ਨ ਲਗਾਇਆ ਜਾ ਰਿਹਾ ਹੈ ਜਾਂ ਮੇਰੇ ਉੱਤੇ ਤੁਹਾਨੂੰ ਕੋਈ ਸ਼ੱਕ ਹੈ, ਸੰਗਤ ਨੂੰ ਕੋਈ ਸ਼ੱਕ ਹੈ, ਤੇ ਉਸ ਦੇ ਕਾਗਜ਼ ਜਿਹੜੇ ਵੀ ਸਰਦਾਰ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੇ ਵੀ ਇਹੀ ਗੱਲ ਮੈਨੂੰ ਕਹੀ। ਦੋਨਾਂ ਨਾਲ ਮੇਰੀ ਇੱਕ ਗੱਲ ਜਿਹੜੀ ਉਹ ਹੋਈ ਸੀ ਤੇ ਉਹਨਾਂ ਨੇ ਕਿਹਾ ਕਿ ਸਾਡੇ ਕੋਲੋਂ ਜਦੋਂ ਮਰਜ਼ੀ ਤੁਸੀਂ ਕਾਗਜ਼ ਮੰਗੋਗੇ ਅਸੀਂ ਇੱਕ ਇੱਕ ਕਾਗਜ਼ ਜਿਹੜਾ ਹੈ ਉਹ ਆਪ ਜੀ ਨੂੰ ਦਿਆਂਗੇ। ਤੇ ਮੈਂ ਇਹ ਗੱਲ ਪਰਸੋਂ ਵੀ ਜੀ ਇੱਥੇ ਮੈਂ ਤੁਹਾਨੂੰ ਰੋਕ ਕੇ ਇੱਕ ਗੱਲ ਇਹ ਪੁੱਛਣੀ ਚਾਹਾਂਗਾ ਕਿ ਤੁਸੀਂ ਪਿੱਛੇ ਜਾਗੋ ਪਾਰਟੀ ਦੇ ਵਿੱਚ ਸੀਗੇ, ਹੁਣ ਛੱਡ ਕੇ ਇਹਨਾਂ ਦੇ ਨਾਲ ਆ ਗਏ, ਕਿਤੇ ਇਹ ਇਸ ਕਰਕੇ ਪੱਖ ਤਾਂ ਨਹੀਂ ਪੂਰ ਰਿਹਾ ਇਹਨਾਂ ਦਾ? ਨਹੀਂ, ਦੇਖੋ ਮੇਰੀ ਗੱਲ ਸੁਣੋ, ਮੇਰੇ ਵਾਸਤੇ ਤੇ ਹਜੇ ਮੈਂ ਤਾਂ ਇਸ ਗੱਲ ਦੇ ਉੱਤੇ ਦੋਨੋਂ ਹੀ ਮੇਰੇ ਸਤਿਕਾਰਯੋਗ ਨੇ। ਸਰਦਾਰ ਮਨਜੀਤ ਸਿੰਘ ਜੀਕੇ ਹੋਰਾਂ ਨੇ ਵੀ ਮੈਨੂੰ ਆਪਣੇ ਇੱਜ਼ਤ ਔਰ ਮਾਣ ਦੇ ਵਿੱਚ ਕੋਈ ਕਮੀ ਨਹੀਂ ਛੱਡੀ। ਮੈਨੂੰ ਧਰਮ ਪ੍ਰਚਾਰ ਦੀ ਚੇਅਰਮੈਨੀ ਜਿਹੜੀ ਹੈ ਉਹਨਾਂ ਨੇ ਪ੍ਰਦਾਨ ਕੀਤੀ। ਮੈਂ ਉਹਨਾਂ ਦਾ ਵੀ ਇਸ ਗੱਲ ਦੇ ਉੱਤੇ ਦੋ ਰਾਏ ਨਹੀਂ ਕਹਿੰਦੀ, ਧੰਨਵਾਦ ਕਰਦੀ ਹਾਂ। ਪਾਰਟੀ ਕਿਉਂ ਛੱਡੀ ਫਿਰ ਤੁਸੀਂ? ਦੇਖੋ ਇਸ ਗੱਲ ਦਾ ਉੱਤੇ ਮੈਂ ਇੰਟਰਨੈਸ਼ਨਲ ਸਿੱਖ ਕੌਂਸਲ ਜਿਹੜੀ ਚਲਾ ਰਹੀ ਹਾਂ, ਮੇਰੇ ਮੈਂਬਰ ਸਾਹਿਬਾਨਾਂ ਵੱਲੋਂ ਇਸ ਗੱਲ ਦੀ ਸੀ ਕਿ ਸੱਚ ਸਾਹਮਣੇ ਲਿਆਓ
ਤੇ ਭਾਜੀ ਜਦੋਂ ਆਪਾਂ ਸੱਚ ਕਿਸੇ ਚੀਜ਼ ਦੇ ਸਾਹਮਣੇ ਲਿਆਇਆ, ਜਿਸ ਤਰ੍ਹਾਂ ਆਪ ਜੀ ਨੇ ਹੁਣੇ ਹੀ ਕਿਹਾ ਕਿ ਤੁਸੀਂ ਪਹਿਲੇ ਜਾਗੋ ਪਾਰਟੀ 'ਚ ਸੀ, ਉਹਨਾਂ ਦੇ ਵੀ ਸਾਰੇ ਜੋ ਵੀ ਕੰਮ ਕਾਰਜ ਸੀ ਬੜੇ ਨਜ਼ਦੀਕੀ ਤੌਰ ਦੇ ਉੱਤੇ ਮੈਂ ਦੇਖੇ ਨੇ। ਤੇ ਅੱਜ ਹੁਣ ਇਹਨਾਂ ਦੇ ਬਾਹਰ ਖੜੇ ਹੋ ਕੇ ਭਾਜੀ, ਅਗਰ ਆਪਾਂ ਇਹ ਕਹਿ ਦਈਏ ਕਿ ਬਈ ਬਾਹਰ ਹੀ ਖੜੇ ਹੋ ਕੇ ਇੱਕ ਦੂਸਰੇ ਤੇ ਐਲੀਗੇਸ਼ਨ, ਚੋਰ ਤੂੰ ਚੋਰ ਤੇ ਮੈਂ ਚੋਰ ਕਰੀ ਜਾਵਾਂਗੀ, ਮੇਰੇ ਉਹ ਅਸੂਲ ਨਹੀਂ ਹੈਗੇ। ਮੈਂ ਨਜ਼ਦੀਕ ਹੋ ਕੇ ਉਸ ਗੱਲ ਦਾ ਉਹਨਾਂ ਦੇ ਕੋਲੋਂ ਜਦੋਂ ਮੈਂ ਉਹਨਾਂ ਨਾਲ ਸਾਂਝ ਪਾ ਕੇ ਪੁੱਛਾਂਗੀ, ਜਿਸ ਤਰ੍ਹਾਂ ਜੀ ਕਿ ਅੱਜ ਮੈਂ ਪੁੱਛ ਵੀ ਰਹੀ ਹਾਂ, ਪਰਸੋਂ ਵੀ ਮੇਰੀ ਇੱਕ ਵੀਡੀਓ ਆਈ ਹੈ ਜਿਸ ਤਰ੍ਹਾਂ ਕਿ ਮੈਂ ਪੁੱਛ ਵੀ ਰਹੀ ਹਾਂ ਸਵਾਲ ਜਿਹੜੇ ਵੀ, ਤੇ ਉਸ ਦੇ ਜਵਾਬ ਤਾਂ ਭਾਜੀ ਮੈਨੂੰ ਲੈਣੇ ਪੈਣਗੇ। ਮੈਂ ਬਾਹਰ ਬੈਠ ਕੇ ਤੇ ਮੈਨੂੰ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਸੀ ਕਿ ਆਪਾਂ ਇਹ ਦਸਤਾਰਾਂ, ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਚਾਰ ਸਾਹਿਬਜ਼ਾਦੇ ਆਪਣੇ ਵਾਰ ਕੇ ਚਲੇ ਗਏ, ਆਪਾਂ ਉਹਨਾਂ ਨੂੰ ਉਸ ਕੁਰਬਾਨੀਆਂ ਦਾ ਕਿਤੇ ਨਾ ਕਿਤੇ ਅਸੀਂ ਸਿਲਸਿਲਾ ਜਿਹੜਾ ਹੈ ਉਹ ਚੱਲਦਾ ਆ ਰਿਹਾ। ਅੱਜ ਅਸੀਂ ਉਹ ਮੋੜ ਵਾਪਸ ਤਾਂ ਮੋੜ ਨਹੀਂ ਰਹੇ, ਲੇਕਿਨ ਉਸ ਦਸਤਾਰਾਂ ਨੂੰ ਆਪਾਂ, ਮੈਂ ਸਿੱਧੀ ਤੌਰ ਤੇ ਕਹਾਂਗੀ ਕਿ ਆਪਾਂ ਪੈਰਾਂ 'ਚ ਰੋਲਣ ਦੀਆਂ ਗੱਲਾਂ ਕਰ ਰਹੇ ਹਾਂ। ਤੇ ਸਰਮਾਇਆ ਔਰ ਪੈਸਾ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ। ਕੌਮ ਜਿਹੜੀ ਬਹੁਤ ਵੱਡੇ ਸਰਮਾਏ ਲੈ ਕੇ ਬੈਠੀ ਹੈ, ਪਰ ਮੇਰੀ ਇੱਥੇ ਇੱਕ ਮਨੀ ਦਿਲੀ ਖੁਆਇਸ਼ ਸੀ ਕਿ ਮੈਂ ਨਜ਼ਦੀਕ ਤੋਂ ਹੋ ਕੇ, ਮੈਂ ਤੁਹਾਡੀ ਗੱਲ ਸੁਣ, ਮੇਰੀ ਗੱਲ ਸੁਣ, ਉਹਦੀ ਗੱਲ ਸੁਣ, ਮੈਂ ਇਹਨਾਂ ਤੇ ਭਰੋਸਾ ਨਹੀਂ ਕਰਦੀ। ਮੇਰਾ ਤੁਸੀਂ ਆਪਣੇ ਪਰਸਨਲੀ ਵਿਚਾਰ ਹੈ। ਜਾਂਚ ਤੇ ਜਿਹੜੀ ਤੁਸੀਂ ਕਰੋਗੇ, ਇਹਨਾਂ ਨਾਲ ਵੀ ਤੁਸੀਂ ਆ ਗਏ ਹੋ, ਅੰਦਰ ਜਾ ਕੇ ਜਾਂਚ ਕਰੋਗੇ, ਉਹਨਾਂ ਨੂੰ ਤੁਸੀਂ ਜਾਣ ਚੁੱਕੇ ਹੋ, ਉਹ ਬਾਅਦ ਵਿੱਚ ਪੁੱਛਾਂਗੇ। ਲੇਕਿਨ ਜਿਹੜੀਆਂ ਹੁਣ FIR ਹੋਈਆਂ ਨੇ, ਇਹਨੂੰ ਆਪਾਂ ਅਗਰ ਦੇਖੀਏ, ਜਿਹੜੀ ਮਨਜਿੰਦਰ ਸਿੰਘ ਸਿਰਸਾ ਦੇ ਉੱਤੇ FIR ਦੀ ਗੱਲ ਕੀਤੀ ਜਾ ਰਹੀ ਆ, ਹਾਲਾਂਕਿ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰਨਾਂ ਦੇ ਉੱਤੇ ਆ, ਉਹ ਮਨਜੀਤ ਸਿੰਘ ਜੀਕੇ ਦੀ ਪ੍ਰਧਾਨਗੀ ਦੇ ਟਾਈਮ ਦੀ ਆ, ਔਰ ਪ੍ਰਧਾਨ ਤੇ ਜਨਰਲ ਸਕੱਤਰ ਤੋਂ ਬਿਨਾ ਕੋਈ ਵੀ ਜਿਹੜੀ ਪ੍ਰੋਗਰਾਮ ਹੈ ਜਾਂ ਖਰੀਦੋ ਫਰੋਖਤ ਨਹੀਂ ਕੀਤੀ ਜਾ ਸਕਦੀ। ਫਿਰ ਇਹ FIR ਪਰ ਮਨਜਿੰਦਰ ਸਿੰਘ ਸਿਰਸਾ ਤੇ ਕਿਵੇਂ ਮੰਨ ਸਕਦੇ ਹੋ? ਦੇਖੋ, ਜਿਹੜਾ 2013 ਦੇ ਵਿੱਚ ਜਿਹੜੇ ਬਿੱਲ ਦੀਆਂ ਗੱਲਾਂ ਆਪਾਂ ਕਰ ਰਹੇ ਹਾਂ, ਜਿਹੜੇ ਵੀ ਬਿੱਲ ਪਾਸ ਹੋਏ ਨੇ, ਉਹ 2013 ਦੇ ਵਿੱਚ ਸਾਰੇ ਪ੍ਰੋਗਰਾਮ ਜਿਹੜੇ ਲੀਕੇ ਗਏ ਸੀ, ਪਰਸਨਲ ਤੌਰ ਤੇ ਮੈਂ ਉਹ ਕਾਗਜ਼ਾਂ ਨੂੰ ਜਿਸ ਤਰ੍ਹਾਂ ਦੇਖਿਆ, ਹਜੇ ਵੀ ਜਾਂਚ ਚੱਲ ਰਹੀ ਹੈ ਉਸ ਦੇ ਉੱਤੇ। ਮੇਰੇ ਕੱਲ ਵੀ ਉਹਨਾਂ ਨਾਲ ਸਵਾਲ ਜਵਾਬ ਹੋਏ ਸੀ। ਉਸ ਜਾਂਚ ਦੇ ਦੌਰਾਨ ਮੈਂ ਇੱਕ ਚੀਜ਼ ਨੂੰ ਜਿਹੜਾ ਦੇਖਿਆ, ਠੀਕ ਹੈ, ਉਸ ਦੇ ਉੱਤੇ ਮੈਂ ਪੂਰਨ ਤੌਰ ਤੇ ਨਹੀਂ ਕਹਿ ਸਕਦੀ, ਜਿੰਨਾ ਮੈਨੂੰ ਸਮਝ ਆਈ ਹੈ ਉਹ ਸਮਝ ਦੇ ਮੁਤਾਬਕ ਜਿਹੜਾ ਪ੍ਰੋਗਰਾਮ ਲਿਖੇ ਗਏ ਸੀ, ਉਹ ਸਰਦਾਰ ਸਾਬਕਾ ਪ੍ਰਧਾਨ ਸਾਹਿਬ ਦੇ ਟਾਈਮ ਤੇ ਹੀ ਲਿਖੇ ਗਏ ਸੀਗੇ। ਉਹਨਾਂ ਨੇ ਐਗਰੀ ਕੀਤਾ। ਉਹ ਜਿਹੜੇ ਉਹ ਪ੍ਰੋਗਰਾਮਾਂ ਦੇ ਬਿੱਲ ਸਨ, ਉਹਦੇ ਉੱਤੇ ਵੀ ਸਾਬਕਾ ਪ੍ਰਧਾਨ ਸਾਹਿਬ ਦੇ ਹੀ ਜਿਹੜੇ ਨੇ ਉਹਦੇ ਉੱਤੇ ਉਹਨਾਂ ਦੀ ਰਾਈਟਿੰਗ ਦੇ ਅੰਦਰ ਉਹਨਾਂ ਦੇ ਸਿਗਨੇਚਰ ਜਿਹੜੇ ਨੇ, ਦੋਨੋਂ ਚੀਜ਼ਾਂ ਉਹਦੇ ਵਿੱਚ ਜਨਤਕ ਹੋ ਰਹੀਆਂ ਨੇ। ਇਹ ਤੁਸੀਂ ਦੇਖੀਆਂ ਨੇ ਜੀ? ਜੀ ਬਿਲਕੁਲ। ਜਿਹੜੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਹੋਰਾਂ ਕੋਲੋਂ ਮੈਂ ਪੇਪਰ ਬਿਲਕੁਲ ਉਹਨਾਂ ਦੇ ਕੋਲੋਂ ਮੰਗੇ ਨੇ, ਤੇ ਉਹਨਾਂ ਨੇ ਮੈਨੂੰ ਕਾਪੀ ਉਹਦੀ ਦਿੱਤੀ ਹੈ। ਤੇ ਉਸ ਕਾਪੀ ਨੂੰ ਇੱਥੇ ਇੱਕ ਚੀਜ਼ ਜਿਹੜੀ ਤੁਸੀਂ ਦੇਖ ਰਹੇ ਹੋ ਕਿ ਬਿਨਾ ਦੇਖੇ ਤੋਂ, ਬਿਨਾ FIR ਤੋਂ ਹੀ ਪ੍ਰੈਸ ਨੋਟ ਬਣਾ ਕੇ ਪ੍ਰੈਸ ਦੇ ਵਿੱਚ ਲੋਕ ਇਹ ਖਬਰਾਂ ਭੇਜ ਰਹੇ ਨੇ ਇੱਕ ਦੂਜੇ ਦੇ ਖਿਲਾਫ। ਮਨਜਿੰਦਰ ਸਿੰਘ ਸਿਰਸਾ ਦੇ ਉੱਤੇ ਪਰਚਾ ਦਰਜ ਹੋ ਗਿਆ ਜੀ। ਉਹ ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਤੇ ਕਾਲਕਾ ਵੀ, ਉਹ ਵੀ ਪ੍ਰੈਸ ਕਾਨਫਰੰਸ ਕਰਕੇ ਤੇ ਦੋਸ਼ ਲਗਾਉਂਦੇ ਨੇ, ਲੇਕਿਨ ਉਹਨਾਂ ਵੱਲੋਂ ਇੱਕ ਚੀਜ਼ ਕੀਤੀ ਜਾਂਦੀ ਕਿ FIR ਦੀ ਕਾਪੀ ਨਾਲ ਲਾਈ ਜਾਂਦੀ ਆ। ਇਹ ਇੱਕ ਦੂਜੇ ਤੇ ਜਿਹੜੀ ਦੂਸ਼ਣਬਾਜ਼ੀ ਲਾ ਕੇ ਪੂਰੇ ਕੌਮਾਂਤਰੀ ਤੌਰ ਤੇ ਸਿੱਖ ਧਰਮ ਦਾ ਸਿਰ ਨੀਵਾਂ ਨਹੀਂ ਕੀਤਾ ਜਾ ਰਿਹਾ। ਬਿਲਕੁਲ, ਤੁਸੀਂ ਬਿਲਕੁਲ ਦਰੁਸਤ ਇਸ ਗੱਲ ਤੇ ਕਹਿ ਰਹੇ ਹੋ। ਸਾਰੇ ਹਰ ਦੁਨੀਆ ਦੇ ਕਿਸੇ ਕੋਨੇ ਤੇ ਵੀ ਅਗਰ ਉਹ ਗੁਰੂ ਨਾਨਕ ਨਾਮ ਲੈਵਾ ਸਿੱਖ ਬੈਠਾ, ਉਸਦਾ ਹਿਰਦਾ ਜਿਹੜਾ ਵਲੂੰਦਰਿਆ ਪਿਆ ਇਸ ਗੱਲ ਦੇ ਉੱਤੇ। ਮੈਂ ਜ਼ੋਰ ਤੌਰ ਤੇ ਇਸ ਗੱਲ ਨੂੰ ਕਹਿੰਦੀ ਹਾਂ ਕਿ ਇਸ ਗੱਲ ਤੇ ਵਾਕਈ ਹੀ ਇਹ ਦਸਤਾਰਾਂ ਉੱਤੇ ਜਿਹੜੇ ਛਿੱਟੇ ਨੇ, ਔਰ ਹੁਣ ਦੇਖੋ ਇਹ ਗੱਲ ਨੂੰ ਅਗਰ ਆਪਾਂ ਟੇਬਲ ਟਾਕ ਤੇ ਲੈ ਕੇ ਆਈਏ ਤੇ ਲੈ ਕੇ ਆ ਸਕਦੇ ਹਾਂ, ਤੇ ਉਸ ਨੂੰ ਅਸੀਂ ਲੈ ਕੇ ਆਈਏ। ਜੇ ਕਿਸੇ ਨੇ ਖਾ ਲਿਆ ਜਾਂ ਕੋਈ ਖਾ ਰਿਹਾ, ਤੇ ਉਸ ਗੱਲ ਦਾ ਅਸੀਂ ਸਾਹਮਣੇ ਆਮਣੇ ਬੈਠ ਕੇ ਅਸੀਂ ਫੈਸਲਾ ਕਰ ਸਕਦੇ ਹਾਂ। ਬੜੇ ਸੂਝਵਾਨ ਸਾਡੇ ਨਾਲ ਹੈਗੇ ਜੁੜੇ ਹੋਏ, ਬੈਠੇ ਹੋਏ, ਤੇ ਅਸੀਂ ਇਹ ਛਿੱਟੇ ਕਿਉਂ ਪਾ ਰਹੇ ਹਾਂ? ਅਸੀਂ ਉਸ ਸਰਦਾਰੀਆਂ ਨੂੰ ਅਸੀਂ ਕੁਰਬਾਨੀਆਂ
ਗੁਰੂ ਸਾਹਿਬ ਅੱਜ ਬਹਾਲ ਕਰਕੇ ਗਏ ਨੇ, ਉਸ ਪੌਦੇ ਵਿੱਚ ਅਸੀਂ ਤੇਜ਼ਾਬ ਪਾ ਕੇ ਉਸ ਨੂੰ ਨੀਵਾਂ ਕਿਉਂ ਕਰ ਰਹੇ ਹਾਂ, ਉਸ ਨੂੰ ਖਤਮ ਕਿਉਂ ਕਰ ਰਹੇ ਹਾਂ? ਦੇਖੋ, ਗੱਲ ਤਾਂ ਮੈਂ ਤਾਂ ਸਿੱਧੇ ਤੌਰ ਤੇ ਆਪਣੇ ਵਿਚਾਰਾਂ ਅਨੁਸਾਰ ਕਹਾਂਗੀ ਕਿ ਸੰਗਤ ਨੂੰ ਕੁਰਸੀ ਦੀ, ਵੋਟਾਂ ਦੀ ਪਿੱਛੇ ਸੰਗਤ ਨੂੰ ਗੁੰਮਰਾਹ ਕਰਕੇ ਤੂੰ ਚੋਰ ਤੇ ਮੈਂ ਚੋਰ, ਪਰ ਇਹ ਚੋਰੀ ਦੇ ਐਲੀਗੇਸ਼ਨ ਲਗਾਉਣ ਦੇ ਬਾਅਦ ਇਹ ਨਹੀਂ ਸਮਝ ਪਾ ਰਿਹਾ ਕੋਈ ਵੀ ਕਿ ਕਿਤੇ ਨਾ ਕਿਤੇ ਇਹ ਦਸਤਾਰ ਪੈਰਾਂ ਵਿੱਚ ਰੋਲਣ ਵਾਲੇ ਜਿਹੜੇ ਕੰਮ ਨੇ, ਇਹ ਸਾਨੂੰ ਅੱਗੇ ਆਉਣ ਵਾਲੇ ਸਮੇਂ 'ਚ ਬਹੁਤ ਨੁਕਸਾਨ ਕਰਨਗੇ। ਅਸੀਂ ਆਪ ਹੀ ਪਛਤਾਵਾਂਗੇ ਆਪਾਂ ਕਿਉਂ ਕੀਤਾ। ਬੀਬੀ ਜੀ, ਆਖਿਰ ਦੇ ਵਿੱਚ ਮੈਂ ਤੁਹਾਨੂੰ ਇਹ ਚੀਜ਼ ਪੁੱਛਣੀ ਚਾਹੁੰਦਾ ਕਿ ਜਿਵੇਂ ਮਨਜੀਤ ਸਿੰਘ ਜੀਕੇ ਦੇ ਉੱਤੇ ਦੋਸ਼ ਲੱਗ ਰਹੇ ਆ 50 ਲੱਖ 30 ਲੱਖ ਤੇ ਵਿਦੇਸ਼ੀ ਕਰੰਸੀ, ਇਸ ਤੋਂ ਪਹਿਲਾਂ ਉਹਨਾਂ ਤੇ ਕਿਤਾਬਾਂ ਦੀ ਛਪਾਈ ਦੇ ਦੋਸ਼ ਲੱਗੇ, ਵਰਦੀਆਂ ਦੇ ਜਿਹੜੇ ਖਰੀਦ ਫਰੋਖਤ ਦੇ ਦੋਸ਼ ਲੱਗੇ, ਇਧਰ ਹੁਣ ਜਿਹੜੇ ਨਵੇਂ ਦੋਸ਼ ਲੱਗ ਰਹੇ ਨੇ ਟੈਂਟਾਂ ਦੀ ਖਰੀਦ ਦੇ, ਇਹ ਸਾਰਾ ਬੈਠ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਬੈਠ ਕੇ ਨਹੀਂ ਫੈਸਲਾ ਹੋ ਸਕਦਾ? ਅਗਰ ਇਹਨਾਂ ਨੇ ਸੱਚਮੁੱਚ ਖਾਧੇ ਆ ਤਾਂ ਇਹ ਗੁਰੂ ਘਰ ਦਾ ਪੈਸਾ ਵਾਪਸ ਕਰ ਦੇਣ। ਦੇਖੋ ਜੀ, ਬਿਲਕੁਲ ਹੋ ਸਕਦਾ, ਕਿਉਂ ਨਹੀਂ ਹੋ ਸਕਦਾ? ਹਰ ਸਮੱਸਿਆ ਜਦੋਂ ਗੁਰੂ ਸਾਹਿਬ ਨੇ ਭੇਜੀਏ ਤੇ ਹੱਲ ਵੀ ਉਹਦਾ ਹੈਗਾ। ਅਗਰ ਇਹ ਆਪਸੀ ਇਹਨਾਂ ਨੂੰ ਪਹਿਲੇ ਵੀ ਇੱਕ ਵਾਰੀ ਸਾਹਮਣੇ ਆਮਣੇ ਬਿਠਾਇਆ ਸੀਗਾ, ਬਿਠਾਉਣ ਤੋਂ ਬਾਅਦ ਉਹਨਾਂ ਨੇ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਹੋਇਆ ਸੀ ਕਿ ਇਸ ਗੱਲ ਨੂੰ ਬਾਹਰ ਨਹੀਂ ਕੱਢਣਾ, ਇਸ ਗੱਲ ਨੂੰ ਢੱਕ ਕੇ ਹੀ ਇੱਥੋਂ ਚਲੇ ਜਾਓ ਤੇ ਜਾਂਚ ਕਮੇਟੀ ਬਣਾਈ ਜਾਏਗੀ, ਉਹ ਕਮੇਟੀ ਫਿਰ ਜੋ ਉਹਦੇ ਮੁਤਾਬਕ ਫੈਸਲਾ ਹੋਏਗਾ ਉਹ ਕੀਤਾ ਜਾਏਗਾ। ਚਲੋ, ਉਹ ਕਮੇਟੀ ਬਣੀ ਨਾ ਬਣੀ ਉਸ ਬਾਰੇ ਆਪਾਂ ਕੁਝ ਨਹੀਂ ਕਹਿੰਦੇ, ਜੋ ਹੋ ਗਿਆ ਸੋ ਖਤਮ। ਲੇਕਿਨ ਅੱਗੇ ਆਉਣ ਵਾਲੇ ਸਮੇਂ 'ਚ ਅਗਰ ਇਹਨਾਂ ਦਾ ਆਮੇ ਸਾਹਮਣੇ ਬੈਠ ਕੇ ਕਿਤੇ ਨਾ ਕਿਤੇ ਲੱਗਦਾ ਕਿ ਰੋਸ਼ ਜ਼ਿਆਦਾ ਵੱਧ ਜਾਏਗਾ, ਪੈਦਾ ਹੋ ਜਾਏਗਾ, ਇੱਕ ਵੱਡੀਆਂ ਸਕਰੀਨਾਂ ਲਗਾ ਕਰਕੇ, ਸਭ ਰਸਤੇ ਹੈਗੇ ਜੀ ਜੇ ਕਰੀਏ ਆਪਾਂ, ਤੇ ਵੱਡੀ ਸਕਰੀਨ ਲਗਾ ਕੇ ਇੱਧਰ ਤਿੰਨਾਂ ਨੂੰ ਬਿਠਾ ਲਿੱਤਾ ਜਾਏ, ਸਰਦਾਰ ਸਾਹਿਬ ਨੂੰ ਬਿਠਾ ਲਿੱਤਾ। ਬੀਬੀ ਜੀ, ਤੁਸੀਂ ਹੁਣੇ ਕਿਹਾ ਕਿ ਮੈਂ ਉਧਰ ਵਿੱਚ ਰਹਿ ਕੇ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕੀਤੀ ਪਰ ਸਹਿਯੋਗ ਨਹੀਂ ਮਿਲਿਆ, ਲੇਕਿਨ ਹੁਣ ਤੁਸੀਂ ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਦੇ ਨਾਲ ਉਹ ਤੁਹਾਨੂੰ ਪੂਰਾ ਸਹਿਯੋਗ ਦੇ ਰਹੇ ਨੇ, ਤੁਹਾਨੂੰ ਪੂਰੇ ਕਾਗਜ਼ ਦੇ ਰਹੇ ਨੇ, ਤੁਹਾਨੂੰ ਕਾਗਜ਼ ਪਿਛਲੇ ਸਾਰੇ ਸਾਲਾਂ ਦੇ ਮਿਲ ਸਕਦੇ ਨੇ, ਤੇ ਸਾਡੇ ਨਾਲ ਇੱਕ ਵਾਅਦਾ ਕਰਕੇ ਜਾਓ ਕਿ ਜਦੋਂ ਤੁਸੀਂ ਇਹ ਪੂਰੀ ਜਾਂਚ ਕਰ ਲੋਗੇ ਤੇ ਦੁਬਾਰਾ ਫਿਰ ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਤੇ ਉੱਤੇ ਆ ਕੇ ਤੁਸੀਂ ਖੁਲਾਸਾ ਕਰੋਗੇ। ਬਿਲਕੁਲ ਜੀ, ਮੈਂ ਆਪਣੇ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਮੈਂ ਸੰਗਤ ਦੇ ਚਰਨਾਂ 'ਚ ਖੜੀ ਹੋ ਕੇ ਇਸ ਗੱਲ ਦਾ ਵਾਅਦਾ ਕਰਦੀ ਹਾਂ ਕਿ ਮੈਨੂੰ ਇਸ ਪਾਰਟੀਆਂ ਕਮੇਟੀਆਂ ਤੋਂ ਉੱਪਰ ਉੱਠ ਕੇ ਮੈਂ ਆਪਣੇ ਗੁਰੂ ਨੂੰ ਹਾਜ਼ਰ ਸਮਝ ਕੇ, ਜੇ ਅਗਰ ਮੈਨੂੰ ਜੋ ਵੀ ਜਿਤਨੀ ਵੀ ਮੇਰੀ ਸਮਝ ਹੈ ਉਹਦੇ ਮੁਤਾਬਕ ਅਗਰ ਮੈਨੂੰ ਕੁਝ ਸਮਝ ਆਉਂਦਾ ਤੇ ਮੈਨੂੰ ਕਿਸੇ ਪਾਰਟੀ ਤੋਂ ਕੁਝ ਨਹੀਂ ਲੈਣਾ ਦੇਣਾ, ਮੈਂ ਉਸ ਗੱਲ ਨੂੰ ਜਨਤਕ ਕਰਾਂਗੀ। ਇਹ ਮੇਰਾ ਅੱਜ ਸੰਗਤ ਦੇ ਚਰਨਾਂ 'ਚ ਖੜੇ ਹੋ ਕੇ ਵਾਅਦਾ ਹੈ। ਬਹੁਤ ਬਹੁਤ ਧੰਨਵਾਦ ਬੀਬੀ ਤਰਵਿੰਦਰ ਕੌਰ ਖਾਲਸਾ ਜੀ, ਫਿਰ ਮੌਕਾ ਮਿਲੇਗਾ ਤੁਹਾਡੇ ਨਾਲ ਗੱਲਬਾਤ ਕਰਾਂਗੇ। ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਔਰ ਵੀਰ ਕੁਲਵੰਤ ਸਿੰਘ ਜੀ, ਮੈਂ ਆਪ ਜੀ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ, ਕਿਉਂਕਿ ਅੱਜ ਮੇਰਾ ਹਿਰਦਾ ਵਾਕਿਆ ਹੀ ਬੜਾ ਵਲੂੰਦਰਿਆ ਪਿਆ ਸੀ ਉਹ ਹੋਲਡਿੰਗ ਦੇਖ ਕੇ। ਅੱਜ ਮੈਂ ਤਾਂ ਆਪ ਜੀ ਦੇ ਚੈਨਲ ਰਾਹੀਂ ਸੰਗਤ ਨਾਲ ਗੱਲ ਕਰਕੇ ਤੇ ਮੈਨੂੰ ਕਿਤੇ ਨਾ ਕਿਤੇ ਅੱਜ ਇੱਕ ਹੌਸਲਾ ਮਿਲਿਆ ਕਿ ਮੇਰੀ ਗੱਲ ਇਹਨਾਂ ਤੱਕ ਜ਼ਰੂਰ ਪਹੁੰਚੇਗੀ, ਔਰ ਇਸ ਗੱਲ ਨੂੰ ਢੱਕ ਕੇ ਟੇਬਲ ਟਾਕ ਤੇ ਆ ਕੇ ਸਾਰੇ ਪਿਆਰ ਨਾਲ, ਸਾਰੇ ਵੀਰ ਇੱਕ ਦੂਸਰੇ ਨਾਲ ਸਤਿਕਾਰ ਦੇ ਨਾਲ ਪੰਥ ਦੀ ਅਗਵਾਈ ਕਰਨਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬੀਬੀ ਤਰਵਿੰਦਰ ਕੌਰ ਖਾਲਸਾ, ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਮਨਜੀਤ ਸਿੰਘ ਜੀਕੇ ਦੇ ਨਾਲ ਰਹਿ ਕੇ ਵੀ ਉਹ ਪੂਰੀ ਜਾਂਚ ਪੜਤਾਲ ਕਰਨਾ ਚਾਹੁੰਦੇ ਸੀ ਪਰ ਉਹਨਾਂ ਵੱਲੋਂ ਸਹਿਯੋਗ ਨਹੀਂ ਮਿਲਿਆ, ਤੇ ਹੁਣ ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਉਹਨਾਂ ਨੂੰ ਸਹਿਯੋਗ ਦੇ ਰਹੇ ਨੇ, ਤੇ ਉਹ ਜਿਹੜਾ ਭ੍ਰਿਸ਼ਟਾਚਾਰ ਦੇ ਅੰਦਰ ਗੋਰਖ ਧੰਦਾ ਚੱਲਦਾ ਰਿਹਾ ਉਹਦੀ ਜਾਂਚ ਕਰਨਗੇ। ਅਸੀਂ ਆਸ ਕਰਦੇ ਹਾਂ ਕਿ ਇਹਨਾਂ ਦੀ ਜਾਂਚ ਸਫਲ ਹੋਵੇ। ਅੱਜ ਇੰਨਾ ਹੀ, ਤੇ ਫਿਰ ਕਿਸੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਹੋਵਾਂਗੇ। ਇਸ ਦੇ ਨਾਲ ਹੀ ਮੈਨੂੰ ਕੁਲਵੰਤ ਸਿੰਘ ਗਗਨਪੁਰੀ ਨੂੰ ਦਿਓ ਇਜਾਜ਼ਤ। ਧੰਨਵਾਦ।